ਸਵੇਰੇ ਸਵੇਰੇ ਫੁਰਤੀ ਨਾਲ ਕੰਮ 'ਤੇ ਜਾਣ ਦੀ ਤਿਆਰੀ ਕਰ ਰਹੀ ਸੀ। ਅੱਜ ਮੈਨੂੰ ਕਾफ़ੀ ਦੇਰ ਹੋ ਚੁੱਕੀ ਸੀ ਕਿਉਂਕਿ ਮੇਰੀ ਕੁਝ ਦਿਨਾਂ ਤੋਂ ਤਬੀਅਤ ਅਜੀਬ ਜਿਹੀ ਰਹਿਣ ਲੱਗੀ ਸੀ। ਮੈਨੂੰ ਲੱਗ ਰਿਹਾ ਸੀ ਕਿ ਲਗਾਤਾਰ ਬੇਆਰਾਮੀ ਅਤੇ ਕੰਮ ਜ਼ਿਆਦਾ ਹੋਣ ਕਰਕੇ ਅਜਿਹਾ ਹੋ ਰਿਹਾ ਹੈ। ਮੇਰੇ ਨਾਲ ਦੇ ਸਾਰੇ ਕੰਮਾਂ 'ਤੇ ਜਾ ਚੁੱਕੇ ਸਨ। ਮੈਂ ਤੇਜ਼ੀ ਨਾਲ ਨਾਸ਼ਤਾ ਕਰਕੇ ਤਿਆਰ ਹੋਣ ਲੱਗੀ। ਮੈਨੂੰ ਤਿਆਰ ਹੋਣ ਲਈ ਬਹੁਤ ਵਕਤ ਲੱਗ ਜਾਂਦਾ ਸੀ ਕਿਉਂਕਿ ਮੈਂ ਆਪਣਾ ਹੁਲੀਆ ਵੀ ਬਦਲਣਾ ਹੁੰਦਾ ਸੀ। ਕੁੜੀ ਤੋਂ ਮੁੰਡਾ ਬਣਨ ਲਈ ਕਾफ़ੀ ਸਮਾਂ ਲੱਗ ਜਾਂਦਾ ਸੀ, ਪਰ ਜਦੋਂ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਤਾਂ ਹਮੇਸ਼ਾ ਦੀ ਤਰ੍ਹਾਂ ਮਾਯੂਸ ਹੋ ਗਈ ਕਿਉਂਕਿ ਇੰਨਾ ਕੁਝ ਕਰਨ ਦੇ ਬਾਅਦ ਵੀ ਮੇਰੇ ਚਿਹਰੇ ਦੀ ਖੂਬਸੂਰਤੀ ਅਜਿਹੀ ਹੀ ਸੀ ਜੋ ਸਭ ਦਾ ਧਿਆਨ ਮੇਰੇ ਤੋਂ ਹੀ ਜਾਂਦਾ ਸੀ। ਖੈਰ, ਮੈਂ ਤਿਆਰ ਹੋ ਕੇ ਘਰੋਂ ਨਿਕਲੀ ਤੇ ਮੈਟਰੋ ਸਟੇਸ਼ਨ ਪਹੁੰਚ ਕੇ ਆਪਣਾ ਕੰਮ ਕਰਨ ਲੱਗੀ। ਇੱਕ ਕੁੜੀ ਦੇ ਤੌਰ 'ਤੇ ਸਭ ਦੇ ਵਿੱਚ ਬੇਪਰਦਾ ਰਹਿਣ ਤੋਂ ਚੰਗਾ ਸੀ ਕਿ ਮੁੰਡਾ ਬਣ ਕੇ ਹੀ ਬਾਹਰ ਨਿਕਲਾਂ। ਮੈਨੂੰ ਡਰ ਸੀ ਕਿ ਮੇਰੀ ਤਬੀਅਤ ਜ਼ਿਆਦਾ ਨਾ ਵਿਗੜ ਜਾਵੇ, ਪਰ ਮੇਰਾ ਡਰ ਇਸੇ ਦਿਨ ਹੀ ਸੱਚ ਹੋ ਗਿਆ ਜਦੋਂ ਮੈਨੂੰ ਕੰਮ ਕਰਦੇ ਕਰਦੇ ਚੱਕਰ ਆਏ ਤੇ ਜੀ ਮਚਲਾਉਣ ਲੱਗਿਆ। ਮੈਂ ਭੱਜ ਕੇ ਬਾਥਰੂਮ ਵਿੱਚ ਗਈ। ਜੋ ਖਾਧਾ ਪੀਤਾ ਸੀ ਉਲਟੀ ਨਾਲ ਸਾਰਾ ਨਿਕਲ ਗਿਆ। ਔਖੇ ਸੌਖੇ ਕੰਮ ਪੂਰਾ ਕਰਕੇ ਮੈਂ ਘਰ ਪਹੁੰਚੀ। ਘਰ ਵਿੱਚ ਪਾਪਾ ਹੀ ਸਨ। ਮੇਰੀ ਹਾਲਤ ਦੇਖ ਕੇ ਨਾਰਾਜ਼ ਹੋਣ ਲੱਗੇ ਕਿ ਮੈਂ ਆਪਣਾ ਭੇਸ ਬਦਲ ਕੇ ਕੰਮ ਕਰਦੀ ਹਾਂ, ਪਰ ਤੇਰਾ ਸੱਚ ਜ਼ਿਆਦਾ ਦੇਰ ਤੱਕ ਛੁਪਿਆ ਨਹੀਂ ਰਹੇਗਾ। ਮੇਰੇ ਪਾਪਾ ਮੈਨੂੰ ਨੌਕਰੀ ਛੱਡਣ ਲਈ ਮਜਬੂਰ ਕਰ ਰਹੇ ਸਨ, ਪਰ ਮੇਰੇ ਕੋਲ ਇਹੀ ਆਖਰੀ ਹੱਲ ਸੀ। ਮੈਂ ਚੁੱਪਚਾਪ ਸੁਣਦੀ ਰਹੀ। ਫਿਰ ਪਾਪਾ ਗੁੱਸੇ ਵਿੱਚ ਘਰੋਂ ਬਾਹਰ ਚਲੇ ਗਏ। ਮੈਂ ਖਾਣਾ ਖਾ ਕੇ ਸੌਂ ਗਈ। ਸੋਚਿਆ ਕਿ ਆਰਾਮ ਕਰਾਂਗੀ ਤਾਂ ਠੀਕ ਹੋ ਜਾਵਾਂਗੀ, ਪਰ ਮੈਂ ਨਹੀਂ ਜਾਣਦੀ ਸੀ ਕਿ ਮੇਰੀ ਤਬੀਅਤ ਖਰਾਬ ਹੋਣ ਦਾ ਕੀ ਕਾਰਨ ਸੀ। ਨਾ ਤਾਂ ਮੇਰਾ ਕੰਮ ਜ਼ਿਆਦਾ ਸੀ, ਖਾਣਾ ਪੀਣਾ ਵੀ ਠੀਕ ਸੀ। ਕੁਝ ਸਮਾਂ ਪਹਿਲਾਂ ਤਾਂ ਮੈਂ ਸਿਹਤਮੰਦ ਸੀ। ਸਵੇਰੇ ਨੂੰ ਮੈਂ ਵਾਪਸ ਕੰਮ 'ਤੇ ਜਾਣ ਦੀ ਤਿਆਰੀ ਕਰਨ ਲੱਗੀ। ਮੇਰੇ ਪਾਪਾ ਘਰ ਵਿੱਚ ਹੀ ਸਨ। ਮੈਨੂੰ ਲੱਗਿਆ ਕਿ ਉਹ ਮੈਨੂੰ ਰੋਕਣਗੇ, ਪਰ ਉਹ ਖਾਮੋਸ਼ ਸਨ। ਹਜੇ ਮੈਂ ਰਸਤੇ ਵਿੱਚ ਹੀ ਸੀ ਕਿ ਮੇਰੀ ਤਬੀਅਤ ਖਰਾਬ ਹੋਣ ਲੱਗੀ ਸੀ। ਕੁਆਟਰ ਤੱਕ ਪਹੁੰਚਦੇ ਮੈਂ ਪੂਰੀ ਤਰ੍ਹਾਂ ਨਿਢਾਲ ਹੋ ਚੁੱਕੀ ਸੀ। ਅਜਿਹੀ ਹਾਲਤ ਵਿੱਚ ਮੈਂ ਕੰਮ ਵੀ ਨਹੀਂ ਕਰ ਸਕਦੀ ਸੀ। ਕੁਆਟਰ ਵਿੱਚ ਮੇਰੇ ਨਾਲ ਰਹਿਣ ਵਾਲਾ ਲੜਕਾ ਅਮਨ ਮੇਰਾ ਚੰਗਾ ਦੋਸਤ ਸੀ। ਉਸ ਦੀ ਨਜ਼ਰ ਵਿੱਚ ਮੈਂ ਇੱਕ ਮੁੰਡਾ ਹੀ ਸੀ। ਮੈਨੂੰ ਇਸ ਹਾਲਤ ਵਿੱਚ ਦੇਖ ਕੇ ਉਸਨੇ ਮੇਰਾ ਬਹੁਤ ਖਿਆਲ ਰੱਖਿਆ। ਉਸਨੇ ਮੈਨੂੰ ਦਵਾਈ ਲਿਆ ਕੇ ਦਿੱਤੀ ਤਾਂ ਮੈਨੂੰ ਕੁਝ ਆਰਾਮ ਮਿਲਿਆ, ਪਰ ਦਿਨ ਬ ਦਿਨ ਮੇਰੀ ਹਾਲਤ ਖਰਾਬ ਹੋ ਰਹੀ ਸੀ। ਇਸ ਲਈ ਮੈਂ ਡਾਕਟਰ ਕੋਲ ਜਾਣ ਦੀ ਸਲਾਹ ਕੀਤੀ। ਮੈਂ ਡਾਕਟਰ ਕੋਲ ਗਈ ਤੇ ਉਸਨੇ ਮੇਰੇ ਕੁਝ ਟੈਸਟ ਕੀਤੇ। ਰਿਪੋਰਟ ਦੇਖ ਕੇ ਡਾਕਟਰ ਮੈਨੂੰ ਮੇਰੇ ਬਾਰੇ ਸਵਾਲ ਪੁੱਛਣ ਲੱਗਿਆ ਤਾਂ ਮੈਂ ਉਲਝ ਗਈ। ਮੈਂ ਡਾਕਟਰ ਨੂੰ ਆਪਣੇ ਬਾਰੇ ਦੱਸਿਆ ਤਾਂ ਡਾਕਟਰ ਨੇ ਸੁਣ ਕੇ ਅਜੀਬ ਜਿਹੀ ਗੱਲ ਕਹੀ। ਉਹ ਕਹਿਣ ਲੱਗੇ ਕਿ ਤੇਰੀ ਜੋ ਹਾਲਤ ਹੈ ਉਸਨੂੰ ਦੇਖ ਕੇ ਮੈਨੂੰ ਲੱਗਿਆ ਕਿ ਤੂੰ ਸ਼ਾਦੀशुदा ਹੈ। ਤੂੰ ਤਾਂ ਕੁਆਰੀ ਕੁੜੀ ਹੈ, ਫਿਰ ਵੀ ਤੇਰੀ ਇਹ ਹਾਲਤ ਹੈ। ਮੈਂ ਡਾਕਟਰ ਦੀ ਗੱਲ ਸਮਝ ਨਹੀਂ ਪਾਈ। ਮੈਂ ਹੈਰਾਨੀ ਨਾਲ ਉਸਨੂੰ ਪੁੱਛਿਆ ਕਿ ਇਸ ਦਾ ਕੀ ਮਤਲਬ ਹੈ। ਉਸ ਤੋਂ ਬਾਅਦ ਡਾਕਟਰ ਨੇ ਜੋ ਮੈਨੂੰ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੇਰਾ ਨਾਮ ਨੇਹਾ ਹੈ। ਮੈਂ ਇੱਕ ਗਰੀਬ ਘਰ ਦੀ ਕੁੜੀ ਹਾਂ, ਪਰ ਅਸੀਂ ਸ਼ੁਰੂ ਤੋਂ ਗਰੀਬ ਨਹੀਂ ਸੀ। ਮੇਰੇ ਪਾਪਾ ਦੀ ਨਸ਼ੇ ਦੀ ਆਦਤ ਕਰਕੇ ਸਾਡੇ ਇਹ ਹਾਲਾਤ ਹੋ ਗਏ ਸਨ। ਜਦੋਂ ਮੈਂ ਆਪਣੇ ਛੋਟੇ ਭੈਣ ਭਰਾ ਨੂੰ ਦੇਖਦੀ ਤਾਂ ਉਹਨਾਂ ਲਈ ਕੁਝ ਕਰਨਾ ਚਾਹੁੰਦੀ, ਪਰ ਮੇਰੀ ਖੂਬਸੂਰਤੀ ਕਰਕੇ ਮੇਰਾ ਘਰੋਂ ਨਿਕਲਣਾ ਮੁਸ਼ਕਿਲ ਹੁੰਦਾ ਸੀ। ਮਰਦਾਂ ਦੀਆਂ ਨਜ਼ਰਾਂ ਵਿੱਚ ਆਪਣੇ ਲਈ ਬੇਬਾਕੀ ਮੈਨੂੰ ਸਾਫ਼ ਨਜ਼ਰ ਆਉਂਦੀ। ਇਹਨਾਂ ਨਜ਼ਰਾਂ ਕਰਕੇ ਮੈਂ ਘਰ ਵਿੱਚ ਬੰਦ ਹੋ ਕੇ ਰਹਿ ਗਈ। ਮੇਰੀ ਮਾਂ ਵੀ ਪਾਪਾ ਕਰਕੇ ਗੁੰਮਸੁੰਮ ਜਿਹੀ ਰਹਿਣ ਲੱਗੀ ਸੀ। ਘਰ ਦੇ ਇਹਨਾਂ ਹਾਲਾਤਾਂ ਕਰਕੇ ਮੈਂ ਭੇਸ ਬਦਲ ਕੇ ਘਰੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਕਿਉਂਕਿ ਕੁੜੀ ਦੇ ਰੂਪ ਵਿੱਚ ਜਿੱਥੇ ਵੀ ਨੌਕਰੀ ਕਰਨ ਗਈ ਸੀ, ਮੇਰੀ ਖੂਬਸੂਰਤੀ ਕਰਕੇ ਮੈਥੋਂ ਗਲਤ ਡਿਮਾਂਡ ਕੀਤੀ ਜਾਂਦੀ। ਇੱਕ ਵਾਰ ਤਾਂ ਮੇਰੇ ਪਾਪਾ ਦੇ ਦੋਸਤ ਮੇਰੇ ਘਰ ਮੇਰਾ ਰਿਸ਼ਤਾ ਮੰਗਣ ਆ ਗਏ ਤੇ ਕਹਿਣ ਲੱਗੇ ਕਿ ਜੇ ਮੈਂ ਉਹਨਾਂ ਦੇ ਮੁੰਡੇ ਨਾਲ ਵਿਆਹ ਕਰਵਾਉਂਦੀ ਹਾਂ ਤਾਂ ਉਹ ਮੇਰੇ ਘਰ ਦਾ ਸਾਰਾ ਖਰਚਾ ਚੁੱਕਣਗੇ। ਮੈਂ ਸੁਣ ਕੇ ਹੈਰਾਨ ਸੀ ਕਿਉਂਕਿ ਉਹਨਾਂ ਦਾ ਮੁੰਡਾ ਤਾਂ ਮੇਰੇ ਤੋਂ ਦੁੱਗਣੀ ਉਮਰ ਦਾ ਸੀ। ਪਹਿਲਾਂ ਵੀ ਉਸਦੇ 2 ਵਿਆਹ ਹੋ ਚੁੱਕੇ ਸਨ, ਪਰ ਉਸਦੀਆਂ ਗਲਤ ਆਦਤਾਂ ਕਰਕੇ ਉਸਦੀਆਂ ਪਤਨੀਆਂ ਉਸਨੂੰ ਛੱਡ ਕੇ ਜਾ ਚੁੱਕੀਆਂ ਸਨ। ਪਰ ਮੇਰੇ ਮਾਂ-ਪਿਓ ਇਹ ਗੱਲ ਸੁਣ ਕੇ ਖੁਸ਼ ਸਨ ਕਿ ਮੇਰਾ ਵਿਆਹ ਉਸ ਨਾਲ ਹੋ ਜਾਵੇ। ਉਹਨਾਂ ਨੂੰ ਪੈਸੇ ਦਾ ਲਾਲਚ ਹੋ ਗਿਆ ਸੀ, ਪਰ ਮੈਂ ਸਾਫ਼ ਇਨਕਾਰ ਕਰ ਦਿੱਤਾ। ਉਹ ਮੈਨੂੰ ਖੁਦਗਰਜ਼ ਕਹਿਣ ਲੱਗੇ, ਪਰ ਮੈਂ ਆਪਣੀ ਗੱਲ 'ਤੇ ਅੜੀ ਰਹੀ। ਮੈਨੂੰ ਰੋਜ਼ ਤਾਨੇ ਮਿਲਣ ਲੱਗੇ ਕਿ ਮੇਰੀ ਨਾ ਕਰਕੇ ਘਰ ਦੇ ਹਾਲਾਤ ਨਹੀਂ ਬਦਲੇ। ਹੁਣ ਮੈਂ ਕੁਝ ਕਰਨ ਦਾ ਫੈਸਲਾ ਕਰ ਲਿਆ ਸੀ ਤੇ ਭੇਸ ਬਦਲ ਕੇ ਨੌਕਰੀ ਲੱਭਣ ਘਰੋਂ ਤੁਰ ਪਈ। ਚੰਗੀ ਕਿਸਮਤ ਮੈਨੂੰ ਮੈਟਰੋ ਸਟੇਸ਼ਨ 'ਤੇ ਨੌਕਰੀ ਮਿਲ ਗਈ। ਮੈਂ ਉੱਥੇ ਹੀ ਕੁਆਟਰ ਵਿੱਚ ਰਹਿਣ ਦਾ ਇੰਤਜ਼ਾਮ ਕਰ ਲਿਆ। ਇਸ ਵਿੱਚ 4-5 ਜਾਣੇ ਹੋਰ ਰਹਿੰਦੇ ਸਨ, ਜਿਸ ਵਿੱਚ ਕੁਝ ਨੌਕਰੀ ਕਰਦੇ ਤੇ ਕੁਝ ਪੜ੍ਹਾਈ ਕਰਦੇ ਸਨ। ਮੇਰੇ ਲਈ ਲੜਕਿਆਂ ਵਿੱਚ ਰਹਿਣਾ ਮੁਸ਼ਕਿਲ ਸੀ। ਕੋਈ ਨਹੀਂ ਜਾਣਦਾ ਸੀ ਕਿ ਮੈਂ ਇੱਕ ਕੁੜੀ ਹਾਂ, ਪਰ ਮੇਰੇ ਚਿਹਰੇ 'ਤੇ ਕਈ ਲੋਕ ਮੈਨੂੰ ਕਿੰਨਰ ਕੁੜੀ ਸਮਝ ਲੈਂਦੇ ਸਨ। ਪਰ ਮੈਨੂੰ ਲੱਗਦਾ ਸੀ ਕਿ ਮੇਰਾ ਸੱਚ ਜ਼ਿਆਦਾ ਦੇਰ ਤੱਕ ਛੁਪਣ ਵਾਲਾ ਨਹੀਂ ਸੀ ਕਿਉਂਕਿ ਕੁੜੀਆਂ ਦੇ ਬਹੁਤ ਮਸਲੇ ਹੁੰਦੇ ਹਨ ਜਿਨ੍ਹਾਂ ਤੋਂ ਚਾਹ ਕੇ ਵੀ ਪਿੱਛਾ ਨਹੀਂ ਛੁਡਵਾਇਆ ਜਾ ਸਕਦਾ।
ਮੈਂ ਹਰ ਕਦਮ ਸੰਭਾਲ ਕੇ ਰਹਿੰਦੀ ਸੀ। ਕੁਆਟਰ ਵਿੱਚ ਤਾਂ ਮੈਨੂੰ ਜ਼ਿਆਦਾ ਮੁਸ਼ਕਿਲ ਨਹੀਂ ਸੀ। ਸਾਰੇ ਮੁੰਡੇ ਬੜੇ ਬਿਜੀ ਸਨ। ਸਵੇਰੇ ਸਵੇਰੇ ਆਪਣੇ ਕੰਮਾਂ ਨੂੰ ਨਿਕਲ ਜਾਂਦੇ ਅਤੇ ਖਾ ਪੀ ਕੇ ਰਾਤ ਨੂੰ ਵਾਪਸ ਆਉਂਦੇ। ਅਮਨ ਨਾਲ ਮੇਰੀ ਸ਼ੁਰੂ ਤੋਂ ਚੰਗੀ ਦੋਸਤੀ ਸੀ। ਉਹ ਪੜ੍ਹਾਈ ਕਰਦਾ ਸੀ, ਚੰਗੇ ਘਰ ਦਾ ਮੁੰਡਾ ਸੀ। ਉਸਨੂੰ ਆਜ਼ਾਦ ਰਹਿਣਾ ਪਸੰਦ ਸੀ, ਇਸ ਲਈ ਹੋਸਟਲ ਦੀ ਬਜਾਏ ਉਹ ਕੁਆਟਰ ਵਿੱਚ ਰਹਿੰਦਾ ਸੀ। ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਕਿ ਸਭ ਦੇ ਸੌਣ ਤੋਂ ਬਾਅਦ ਕੁਆਟਰ ਵਿੱਚ ਜਾਵਾਂ ਅਤੇ ਸਭ ਦੇ ਉੱਠਣ ਤੋਂ ਪਹਿਲਾਂ ਕੰਮ 'ਤੇ ਨਿਕਲ ਜਾਵਾਂ। ਤਨਖਾਹ ਮਿਲਦੇ ਹੀ ਮੈਨੂੰ ਘਰਦਿਆਂ ਨੂੰ ਖਰਚ ਦੇਣ ਗਈ। ਉਹ ਮੇਰੇ ਨਾਲ ਨਾਰਾਜ਼ ਸਨ। ਮੁਹੱਲੇ ਵਿੱਚ ਵੀ ਮਸ਼ਹੂਰ ਹੋ ਗਿਆ ਸੀ ਕਿ ਮੈਂ ਕਿਸੇ ਨਾਲ ਭੱਜ ਗਈ ਸੀ, ਪਰ ਮੈਨੂੰ ਕੋਈ ਪਰਵਾਹ ਨਹੀਂ ਸੀ। ਮੇਰੇ ਪਾਪਾ ਮੈਨੂੰ ਸਵਾਲ ਕਰਨ ਲੱਗੇ ਕਿ ਮੈਂ ਕੀ ਕਰਦੀ ਹਾਂ ਤਾਂ ਮੇਰੀ ਮਾਂ ਨੇ ਤਾਂ ਮੇਰਾ ਯਕੀਨ ਕਰ ਲਿਆ, ਪਰ ਮੇਰੇ ਪਾਪਾ ਨੂੰ ਮੇਰੀ ਗੱਲ 'ਤੇ ਯਕੀਨ ਨਹੀਂ ਸੀ। ਉਹ ਚਾਹੁੰਦੇ ਸਨ ਕਿ ਮੈਂ ਉਹਨਾਂ ਦੇ ਦੋਸਤ ਦੇ ਮੁੰਡੇ ਨਾਲ ਵਿਆਹ ਕਰਵਾ ਲਵਾਂ, ਪਰ ਮੈਂ ਖਾਮੋਸ਼ੀ ਨਾਲ ਵਾਪਸ ਆ ਗਈ। ਮੈਂ ਹਰ ਮਹੀਨੇ ਘਰਦਿਆਂ ਨੂੰ ਖਰਚ ਦੇ ਆਉਂਦੀ। ਉਹਨਾਂ ਦੀ ਨਾਰਾਜ਼ਗੀ ਵੀ ਹੌਲੀ ਹੌਲੀ ਦੂਰ ਹੋਣ ਲੱਗੀ ਸੀ। ਹੁਣ ਤਾਂ ਮੇਰੀ ਮਾਂ ਵੀ ਮੇਰਾ ਇੰਤਜ਼ਾਰ ਕਰਦੀ, ਆਉਣ ਲੱਗੇ ਮੈਨੂੰ ਖਾਣਾ ਅਤੇ ਦੁੱਧ ਦੀ ਬੋਤਲ ਦਿੰਦੀ। ਸਾਰੇ ਖੁਸ਼ ਰਹਿਣ ਲੱਗੇ ਸਨ, ਪਰ ਅਚਾਨਕ ਮੇਰੀ ਤਬੀਅਤ ਖਰਾਬ ਰਹਿਣ ਲੱਗੀ ਸੀ। ਡਾਕਟਰ ਨੇ ਮੈਨੂੰ ਦੱਸਿਆ ਕਿ ਤੈਨੂੰ ਕੋਈ ਧੀਮਾ ਜ਼ਹਿਰ ਦੇ ਰਿਹਾ ਹੈ। ਹੁਣ ਜ਼ਹਿਰ ਆਪਣਾ ਅਸਰ ਦਿਖਾਉਣ ਲੱਗਿਆ ਸੀ, ਜਿਸ ਕਰਕੇ ਮੇਰੀ ਤਬੀਅਤ ਖਰਾਬ ਰਹਿਣ ਲੱਗੀ ਸੀ। ਡਾਕਟਰ ਨੂੰ ਲੱਗਿਆ ਕਿ ਮੈਂ ਸ਼ਾਦੀशुदा ਹਾਂ ਅਤੇ ਮੇਰੇ ਸਸੁਰਾਲ ਵਾਲੇ ਅਜਿਹਾ ਕਰ ਰਹੇ ਹਨ। ਮੈਂ ਹੈਰਾਨ ਪਰੇਸ਼ਾਨ ਸੀ ਕਿ ਮੇਰੇ ਨਾਲ ਅਜਿਹਾ ਕੌਣ ਕਰ ਸਕਦਾ ਹੈ। ਕਿਸੇ ਨੂੰ ਮੇਰੇ ਤੋਂ ਕੀ ਪਰੇਸ਼ਾਨੀ ਸੀ। ਡਾਕਟਰ ਨੇ ਕਿਹਾ ਕਿ ਹਜੇ ਜ਼ਹਿਰ ਇੰਨਾ ਨਹੀਂ ਫੈਲਿਆ ਹੈ, ਪਰ ਅੱਗੇ ਤੋਂ ਸਾਵਧਾਨੀ ਵਰਤਣ ਨੂੰ ਕਿਹਾ। ਪਰ ਮੈਂ ਕੀ ਸਾਵਧਾਨੀ ਵਰਤਣੀ ਸੀ। ਮੈਨੂੰ ਕੀ ਪਤਾ ਸੀ ਕਿ ਅਜਿਹਾ ਕੌਣ ਕਰ ਰਿਹਾ ਹੈ। ਮੈਂ ਅਮਨ ਨਾਲ ਸਾਰੀ ਗੱਲ ਸਾਂਝੀ ਕੀਤੀ। ਉਸਨੇ ਸਲਾਹ ਦਿੱਤੀ ਕਿ ਜਿਹੜਾ ਖਾਣਾ ਤੂੰ ਖਾਂਦੀ ਹੈ ਉਸ ਦਾ ਟੈਸਟ ਕਰਵਾਉਂਦੇ ਹਾਂ। ਰਿਪੋਰਟ ਦੇਖ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਜ਼ਹਿਰ ਉਸ ਦੁੱਧ ਵਿੱਚ ਸ਼ਾਮਿਲ ਸੀ ਜੋ ਮੈਂ ਘਰੋਂ ਲੈ ਕੇ ਆਉਂਦੀ ਸੀ। ਮੈਨੂੰ ਇੱਕ ਤਰ੍ਹਾਂ ਸਦਮਾ ਜਿਹਾ ਲੱਗਿਆ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੇਰੀ ਮਾਂ ਮੈਨੂੰ ਜ਼ਹਿਰ ਦੇ ਰਹੀ ਸੀ। ਮੈਂ ਉਸੇ ਦਿਨ ਘਰ ਜਾ ਕੇ ਮਾਂ ਨਾਲ ਲੜਨ ਲੱਗੀ। ਮੇਰੀ ਮਾਂ ਹੈਰਾਨੀ ਨਾਲ ਮੈਨੂੰ ਦੇਖ ਰਹੀ ਸੀ। ਉਸਨੇ ਮੈਨੂੰ ਯਕੀਨ ਦਿਵਾਇਆ ਕਿ ਦੁੱਧ ਵਿੱਚ ਕੁਝ ਵੀ ਨਹੀਂ ਮਿਲਾਉਂਦੀ। ਫਿਰ ਕੌਣ ਸੀ ਜੋ ਮੈਨੂੰ ਮਾਰਨਾ ਚਾਹੁੰਦਾ ਸੀ। ਫਿਰ ਮੇਰੇ ਛੋਟੇ ਭਰਾ ਨੇ ਮੈਨੂੰ ਦੱਸਿਆ ਕਿ ਪਾਪਾ ਨੂੰ ਉਸਨੇ ਦੁੱਧ ਦੀ ਬੋਤਲ ਵਿੱਚ ਕੁਝ ਮਿਲਾਉਂਦੇ ਦੇਖਿਆ ਸੀ। ਉਹ ਬੱਚਾ ਸੀ, ਇਸ ਲਈ ਸਮਝ ਨਹੀਂ ਪਾਇਆ। ਮੇਰਾ ਪਿਓ ਘਰ ਆਇਆ ਤਾਂ ਮੈਂ ਉਸਨੂੰ ਅਜਿਹਾ ਕਰਨ ਦੀ ਵਜ੍ਹਾ ਪੁੱਛੀ ਤਾਂ ਉਸਨੇ ਕਿਹਾ ਕਿ ਮੇਰੇ ਦੋਸਤ ਦੇ ਬੇਟੇ ਨੇ ਮੈਨੂੰ ਦੱਸਿਆ ਕਿ ਤੂੰ ਕੋਈ ਨੌਕਰੀ ਨਹੀਂ ਕਰਦੀ, ਸਗੋਂ ਗਲਤ ਕੰਮ ਕਰਦੀ ਹੈ। ਮੈਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ, ਇਸ ਲਈ ਮੈਂ ਤੈਨੂੰ ਮਾਰਨਾ ਚਾਹੁੰਦਾ ਸੀ। ਮੈਂ ਇਹ ਸਭ ਕੁਝ ਸੁਣ ਕੇ ਬਹੁਤ ਦੁਖੀ ਹੋਈ। ਮੈਂ ਵਾਪਸ ਕੁਆਟਰ ਵਿੱਚ ਆ ਗਈ। ਅਮਨ ਨੇ ਮੇਰੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਮੈਂ ਉਸਨੂੰ ਸਾਰੀ ਸੱਚਾਈ ਦੱਸ ਦਿੱਤੀ, ਕਿਉਂਕਿ ਹੁਣ ਮੈਂ ਵੀ ਥੱਕ ਚੁੱਕੀ ਸੀ। ਅਮਨ ਨੇ ਮੇਰੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਅੱਜ ਮੈਂ ਅਮਨ ਨਾਲ ਵਧੀਆ ਜ਼ਿੰਦਗੀ ਗੁਜ਼ਾਰ ਰਹੀ ਹਾਂ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।